ਟੈਸਟ ਟਿਊਬ ਬੇਬੀ ਦਾ ਟ੍ਰੈਂਡ ਚੱਲਿਆ ਹੋਇਆ। ਕਈ ਪੇਰੈਂਟਸ ਦੇ ਬੱਚਾ ਨਹੀਂ ਹੁੰਦਾ 13 ਸਾਲ 14 ਸਾਲ 18 ਸਾਲ, ਉਹ ਟੈਸਟ ਟਿਊਬ ਬੇਬੀ ਕਰਦੇ ਨੇ। ਉਹਦਾ ਕੀ ਮਤਲਬ ਹੁੰਦਾ ਹੈ? ਉਹਦੇ ਵਿੱਚ ਐਗਸ ਬਣਾ ਕੇ ਮਦਰ ਦੇ ਲਏ ਜਾਂਦੇ ਆ, ਰਿਟਰੀਵ ਕਰੀ ਜਾਂਦੇ ਆ ਅਲਟਰਾਸਾਊਂਡ 'ਚ ਦੇਖ ਕੇ, ਐਂਡ ਹਸਬੈਂਡ ਦਾ ਸੀਮਨ ਲਿਆ ਜਾਂਦਾ, ਉਹਨੂੰ ਪਿਊਰੀਫਾਈ ਕਰਿਆ ਜਾਂਦਾ, ਅੱਛੇ ਸਪਰਮਸ ਲਏ ਜਾਂਦੇ ਆ, ਐਂਡ ਦੋਨਾਂ ਨੂੰ ਮਿਲਾ ਕੇ ਟੈਸਟ ਟਿਊਬ ਬੇਬੀ ਬਣਦਾ ਹੈ। ਜਿਵੇਂ ਹੁਣ ਜਿਹੜਾ ਗੈਪ ਪੈ ਜਾਂਦਾ ਹੈ ਆਫਟਰ ਦਾ ਮੈਰਿਜ 3-4 ਸਾਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਵ ਕਰਨਾ ਔਖਾ ਹੁੰਦਾ ਹੈ, ਇਹਦੇ ਕੀ ਕਾਰਨ ਹੁੰਦੇ ਨੇ? ਦੇਖੋ, ਜਿਸ ਤਰ੍ਹਾਂ ਆਪਣੀ ਗਰਲਸ ਹੁਣ ਵਰਕਿੰਗ ਹੋ ਗਈਆਂ, ਐਜੂਕੇਟਿਡ ਹੋ ਗਈਆਂ, ਬਹੁਤ ਅੱਛੀ ਗੱਲ ਹੈ ਸੋਸਾਇਟੀ ਲਈ, ਲੇਕਿਨ ਕੀ ਹੈ ਕਿ ਉਹ ਸੋਚਦੀਆਂ ਕਿ ਅਸੀਂ ਥੋੜ੍ਹਾ ਜਿਹਾ ਮੈਰਿਜ ਡਿਲੇ ਕਰਾਂਗੇ ਜਾਂ ਡਿਲੇਡ ਪ੍ਰੈਗਨੈਂਸੀਜ਼ ਕਰਾਂਗੇ। ਮੇਰੇ ਹਜੇ ਵੀ ਮਤਲਬ ਪੁਰਾਣੇ ਜ਼ਮਾਨੇ ਦੀ ਲੇਡੀਜ਼ ਦੀ ਤਰ੍ਹਾਂ ਥਾਟਸ ਨੇ ਕਿ ਯੂ ਸ਼ੁਡ ਜਲਦੀ ਹੋ ਜਾਣੀ ਚਾਹੀਦੀ ਹੈ ਮੈਰਿਜ, ਤੇ ਟਰਾਈ ਟੂ ਕਨਸੀਵ, ਜਲਦੀ ਪ੍ਰੈਗਨੈਂਸੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 2 ਦਿਨ ਉਹਨਾਂ ਨੂੰ ਅੱਛੀ ਮੰਥਲੀ ਪੀਰੀਅਡ ਬਲੀਡਿੰਗ ਆਉਂਦੀ, ਅਨਮੈਰਿਡ ਨੇ ਉਹ, ਅਤੇ ਉਸ ਤੋਂ ਬਾਅਦ ਉਹਨਾਂ ਨੂੰ 3rd ਡੇ ਆ ਜਿਹੜਾ ਥੋੜ੍ਹਾ ਘੱਟ ਆਉਂਦਾ ਹੈ, ਅਤੇ ਉਹ ਕਹਿੰਦੇ ਮੈਂ ਬਹੁਤ ਡਰਦੀ ਹਾਂ ਕਿ ਮੇਰੀ ਅਜੇ ਮੈਰਿਜ ਨਹੀਂ ਹੋਈ ਅਤੇ ਮੈਨੂੰ ਕੋਈ ਇਹਦਾ ਡਰ ਨਾ ਹੋਵੇ ਕੁਛ। 7 ਡੇਜ਼ ਤੋਂ ਉੱਪਰ ਬਲੀਡਿੰਗ ਨਹੀਂ ਹੋਣੀ ਚਾਹੀਦੀ ਜਾਂ 2 ਦਿਨ ਤੋਂ ਘੱਟ ਬਲੀਡਿੰਗ ਨਹੀਂ ਹੋਣੀ ਚਾਹੀਦੀ, ਫਿਰ ਐਬਨੋਰਮੈਲਿਟੀ ਹੁੰਦੀ ਹੈ। ਆਪਰੇਸ਼ਨ ਜ਼ਿਆਦਾ ਹੁੰਦੇ ਪੁਰਾਣੇ ਜ਼ਮਾਨੇ ਦੇ ਵਿੱਚ। ਲੋਕ ਜਿਹੜੇ ਹੁਣ ਵੀ ਰੂਰਲ ਏਰੀਆ 'ਚ ਲੈਂਦੇ, ਉਹ ਕਹਿੰਦੇ ਨਹੀਂ ਅਸੀਂ ਸ਼ਹਿਰੀ ਹਸਪੀਟਲ ਦੇ ਵਿੱਚ ਨਹੀਂ ਜਾਣਾ, ਉੱਥੇ ਆਪਰੇਸ਼ਨ ਹੀ ਹੋਏਗਾ। ਇਹ ਫੋਬੀਆ ਜਿਹੜਾ ਸੈੱਟ ਹੋਇਆ ਇਹਦੇ ਬਾਰੇ ਕੀ ਕਹੋਗੇ? ਮਦਰ ਦੀ ਮੋਰਟੈਲਿਟੀ, ਮਦਰਸ ਦੀ ਡੈਥ ਹੈ ਨਾ, ਐਂਡ ਬੇਬੀਜ਼ ਦੀ ਡੈਥ ਬਹੁਤ ਘੱਟ ਗਈ ਹੈ ਪਹਿਲਾਂ ਨਾਲੋਂ। ਇਸੇ ਕਰਕੇ ਘੱਟ ਗਈ ਹੈ ਕਿਉਂਕਿ ਨਾ ਅਸੀਂ ਜ਼ਿਆਦਾ ਸਿਜ਼ੇਰੀਅਨ ਕਰ ਦਿੰਦੇ ਹਾਂ। ਕਈ ਇੱਦਾਂ ਦੇ ਕੇਸ ਆਉਂਦੇ ਤੁਹਾਡੇ ਕੋਲ ਕਿ ਕੋਈ ਲੜਕੀ ਕਹਿ ਦੇਵੇ ਕਿ ਨਹੀਂ ਮੈਂ ਸਿਜ਼ੇਰੀਅਨ ਹੀ ਕਰਵਾਉਣਾ? ਹੁਣ ਥੋੜ੍ਹੀ ਜਿਹੀ ਟੋਲਰੈਂਸ ਘੱਟ ਹੋ ਗਈ ਹੈ, ਬਹੁਤ ਸਟਰੋਂਗ ਪੇਨਸ ਹੁੰਦੀਆਂ ਤਾਂ ਉਹ ਨਹੀਂ ਲੈ ਪਾਉਂਦੀਆਂ। ਇਵਨ ਜੇ ਅਸੀਂ ਕਨਵਿੰਸ ਕਰਦੇ ਹਾਂ ਕਿ ਨਹੀਂ ਯੂ ਹੈਵ ਟੂ ਮਤਲਬ ਡਿਲੀਵਰੀ ਹੋ ਜਾਏਗੀ ਤੁਹਾਡੀ ਨੋਰਮਲ, ਤਾਂ ਉਹ ਥੋੜ੍ਹਾ ਜਿਹਾ ਸਿਜ਼ੇਰੀਅਨ ਲਈ ਟਿਲਟ ਹੋ ਜਾਂਦੇ। ਟੈਸਟ ਟਿਊਬ ਬੇਬੀ 'ਚ ਇੱਦਾਂ ਹੁੰਦਾ ਕਿ ਕਿੰਨੇ ਕੁ % ਤੱਕ ਪੋਜ਼ੀਟਿਵ ਨਿਕਲਦੇ ਰਿਜ਼ਲਟ ਤੁਹਾਡੇ? ਟੈਸਟ ਟਿਊਬ ਬੇਬੀਜ਼ ਦੀ ਜਿਹੜੀ ਪੋਜ਼ੀਟਿਵਿਟੀ ਰੇਟ ਹੈ ਉਹ ਘੱਟ ਹੈ, ਅਰਾਊਂਡ 30 ਆਊਟ ਆਫ 100 ਪ੍ਰੈਗਨੈਂਸੀਜ਼ ਹੀ ਕਨਸੀਵ ਕਰ ਪਾਉਂਦੀਆਂ। ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਤੁਸੀਂ, ਮੈਂ ਹਾਂ ਐਨਵੀ ਮਾਜਰਾ। ਤੁਹਾਡੇ ਸਵਾਲ ਸਾਡੇ ਤੱਕ ਇੱਕ ਵਾਰ ਫੇਰ ਪੁੱਜੇ ਤੇ ਉਹਨਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚ ਗਏ ਹਾਂ ਮੋਹਨ ਦੀ ਓਸਵਾਲ ਹਸਪੀਟਲ ਦੇ ਡਾਕਟਰ ਸ਼ਰੀਨ ਗੁਪਤਾ ਦੇ ਕੋਲੇ। ਜਿੰਨੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਅਸੀਂ ਅੱਜ ਲੈ ਕੇ ਜਾਵਾਂਗੇ। ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ, ਖਾਸ ਕਰ ਲੜਕੀਆਂ ਨੂੰ ਗਰਲਸ ਪ੍ਰੋਬਲਮ ਨੇ, ਪੀਰੀਅਡਸ ਦੀਆਂ, ਮੰਥਲੀ ਜਿਹੜਾ ਟਾਈਮ ਆਉਂਦਾ ਹੈ, ਅਤੇ ਫਿਰ ਬੇਬੀ ਕਨਸੀਵ ਕਰਨ ਦੀ ਅੱਜ ਕੱਲ੍ਹ ਜੋ ਦੌਰ ਚੱਲਿਆ ਨੌਜਵਾਨਾਂ ਦੇ ਵਿੱਚ, ਕੀ ਕੁਝ ਗਲਤੀਆਂ ਹੁੰਦੀਆਂ ਨੇ, ਉਹਨਾਂ ਦਾ ਸੋਲਿਊਸ਼ਨ ਕੀ ਹੈ, ਉਹਨਾਂ ਦਾ ਹੱਲ ਲੈ ਕੇ ਜਾਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸ਼ਰੀਨ ਗੁਪਤਾ ਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਡਾਕਟਰ ਸ਼ਰੀਨ ਮੈਮ, ਫਸਟ ਕੁਐਸਚਨ ਇਹ ਹੈ ਕਿ ਲੜਕੀਆਂ ਨੇ ਜਿਹੜੀਆਂ ਉਹ ਬਹੁਤ ਡਰ ਵੀ ਜਾਂਦੀਆਂ ਨੇ। ਪੀਰੀਅਡਸ ਅੱਜ ਕੱਲ੍ਹ ਜਿਹੜੀਆਂ ਉਹਨਾਂ ਨੂੰ ਆਉਂਦੇ ਨੇ, ਟਾਈਮ ਪੈ ਜਾਂਦਾ ਜਾਂ ਕਹਿੰਦੇ ਬਲੀਡਿੰਗ ਘੱਟ ਆਉਂਦੀ ਜਾਂ ਵਧਣ ਦੀ, ਉਹਦਾ ਕੀ ਕਾਰਨ ਹੈ? ਦੇਖੋ, ਜੋ ਨੋਰਮਲੀ ਲੜਕੀਆਂ ਦੇ ਪੀਰੀਅਡ ਸਟਾਰਟ ਹੋਣੇ ਚਾਹੀਦੇ ਹੈ 12-13 ਸਾਲ ਦੀ ਉਮਰ ਦੇ ਵਿੱਚ ਸਟਾਰਟ ਹੋ ਜਾਂਦੇ ਹੈ। ਸੋ ਅੱਜ ਕੱਲ੍ਹ ਕੁੜੀਆਂ ਦੇ ਬਹੁਤ ਸਾਰੇ ਪੇਰੈਂਟਸ ਨੂੰ ਟੈਨਸ਼ਨ ਰਹਿੰਦੀ ਹੈ ਕਿ 9.5-10 ਈਅਰਸ ਦੀ ਏਜ 'ਤੇ ਵੀ ਸ਼ੁਰੂ ਹੋ ਜਾਂਦੇ ਹੈ। ਉਹਨਾਂ ਦੇ ਕਾਰਨ ਹਜੇ ਤੱਕ ਅਸੀਂ ਸਾਇੰਟੀਫਿਕਲੀ ਨਹੀਂ ਦੱਸ ਸਕਦੇ ਕੀ ਹੈ ਐਗਜ਼ੈਕਟਲੀ, ਲੇਕਿਨ ਬੱਚਿਆਂ ਦਾ ਟੀਵੀ ਨਾਲ ਐਕਸਪੋਜ਼ਰ, ਕੁਛ ਡਾਇਟ ਚੇਂਜਿਸ ਇੱਦਾਂ ਦੀ ਹੋ ਗਈਆਂ ਹੈ ਕਿ ਅੱਜ ਕੱਲ੍ਹ ਟਾਈਮ ਤੋਂ ਪਹਿਲਾਂ ਪੀਰੀਅਡਸ ਆਉਣੇ ਸ਼ੁਰੂ ਹੋ ਗਏ ਹੈ, ਅਰਾਊਂਡ 9.5-10 ਈਅਰਸ 'ਤੇ ਆ ਜਾਂਦੇ ਬੱਚਿਆਂ ਨੂੰ। ਸੋ ਕਈ 16 ਸਾਲ ਦੀ ਉਮਰ ਤੋਂ ਉੱਪਰ ਨਹੀਂ ਟੱਪਣਾ ਚਾਹੀਦਾ, ਉਦੋਂ ਤੱਕ ਪੀਰੀਅਡਸ ਆ ਜਾਣੇ ਚਾਹੀਦੇ ਹੈ। ਅਤੇ ਜਿਹੜੇ ਸ਼ੁਰੂ ਦੇ 2-3 ਮਹੀਨੇ ਹੁੰਦੇ ਆ ਜਾਂ 1 ਸਾਲ ਲਗਾ ਲਓ, ਉਹਦੇ ਵਿੱਚ ਪੀਰੀਅਡਸ ਥੋੜ੍ਹੇ ਇਰੈਗੂਲਰ ਹੋ ਸਕਦੇ ਆ ਬੱਚਿਆਂ ਦੇ, ਹੋ ਸਕਦਾ ਥੋੜ੍ਹਾ ਲੇਟ ਆਉਣ, ਹੋ ਸਕਦਾ 15-15 ਦਿਨ ਤੱਕ ਆ ਜਾਣ। ਉਹਦੇ ਲਈ ਆਪਾਂ ਨੂੰ ਬਹੁਤ ਟੈਨਸ਼ਨ ਨਹੀਂ ਲਗਾਉਣੀ ਚਾਹੀਦੀ ਦਿਮਾਗ 'ਤੇ। ਪੇਰੈਂਟਸ, ਮਦਰ ਸਪੈਸ਼ਲੀ ਬਹੁਤ ਡਰ ਜਾਂਦੀ ਹੈ। ਸਾਡੇ ਕੋਲ ਵੀ ਬਹੁਤ ਪੇਸ਼ੈਂਟਸ ਆਉਂਦੇ ਆ, ਉਹ ਕਹਿੰਦੇ 15 ਈਅਰਸ ਦੀ ਬੇਟੀ ਹੈ, ਪੀਰੀਅਡਸ ਆਉਣੇ ਸ਼ੁਰੂ ਹੋਏ ਹੈ ਅਤੇ ਐਵਰੀ 15 ਡੇਜ਼ ਆ ਰਹੇ ਹੈ। ਤਾਂ ਕਿਉਂਕਿ ਉਹ ਨੈਚੁਰਲ ਪ੍ਰੋਸੈਸ ਇੱਕ ਬੋਡੀ ਦੇ ਵਿੱਚ ਸਟਾਰਟ ਹੋਇਆ, ਉਹਨੂੰ ਸੈੱਟ ਹੋਣ ਨੂੰ ਥੋੜ੍ਹਾ ਟਾਈਮ ਲੱਗਦਾ ਹੈ। ਸੋ ਆਪਾਂ ਨੂੰ ਉਹਨੂੰ ਥੋੜ੍ਹਾ ਟਾਈਮ ਦੇਣਾ ਚਾਹੀਦਾ, 3-4 ਮਹੀਨੇ, ਕਿ ਉਹ ਸੈੱਟ ਹੋ ਜਾਏ। ਬਟ ਇਹ ਵੀ ਨਹੀਂ ਹੈ ਕਿ ਬਹੁਤ ਬਲੀਡਿੰਗ ਹੁੰਦੀ ਹੋਏ, ਬਹੁਤ ਜ਼ਿਆਦਾ ਐਕਸੈਸਿਵ ਬਲੀਡਿੰਗ ਹੁੰਦੀ ਹੋਏ ਅਤੇ ਆਪਾਂ ਵੇਟ ਹੀ ਕਰਦੇ ਰਹੀਏ। ਸੋ ਕੁਛ ਬਲੱਡ ਟੈਸਟਸ ਅਤੇ ਕੁਛ ਅਲਟਰਾਸਾਊਂਡ ਉਸ ਸਥਿਤੀ ਦੇ ਵਿੱਚ ਕਰਾਉਣੇ ਜ਼ਰੂਰੀ ਹੁੰਦੇ ਹੈ, ਸੋ ਦੈਟ ਉਹ ਸਾਰੇ ਨੋਰਮਲ ਹੋਣ। ਅਤੇ ਉਸ ਤੋਂ ਬਾਅਦ ਅਸੀਂ ਆਇਰਨ ਅਤੇ ਬਲੀਡਿੰਗ ਰੋਕਣ ਦੀਆਂ ਕੁਝ ਦਵਾਈਆਂ ਪਾ ਸਕਦੇ ਹਾਂ ਬੱਚਿਆਂ ਨੂੰ, ਸੋ ਦੈਟ ਇਹ ਸਭ ਕੰਟਰੋਲ ਹੋ ਜਾਏ। ਕੁਝ ਹਾਈਪਰ, ਕਈ ਪੇਰੈਂਟਸ ਜ਼ਿਆਦਾ ਹਾਈਪਰ ਹੋ ਜਾਂਦੇ ਨੇ, ਕੁਛ ਜ਼ਿਆਦਾ ਜਿਵੇਂ ਆਪਾਂ ਕਹਿ ਲਓ ਕਿ ਪੜ੍ਹੇ ਲਿਖੇ ਲੋਕ ਜਿਹੜੇ ਹੁੰਦੇ ਨੇ ਜ਼ਿਆਦਾ ਟੈਨਸ਼ਨ ਪਾ ਲੈਂਦੇ ਨੇ, ਬੱਚਿਆਂ ਨੂੰ ਵੀ ਦਿੰਦੇ ਨੇ, ਖੁਦ ਵੀ ਪਾ ਲੈਂਦੇ ਨੇ। ਇਹ ਚੀਜ਼ ਗਲਤ ਤੁਸੀਂ ਮੰਨਦੇ ਹੋ? ਹਾਂ, ਬਹੁਤ ਜ਼ਿਆਦਾ ਟੈਨਸ਼ਨ ਲਗਾਉਣ ਵਾਲੀ ਗੱਲ ਨਹੀਂ ਹੈ। ਹਾਂ, ਡੈਫੀਨੇਟਲੀ ਇੱਕ ਵਾਰ ਦਿਖਾ ਦੇਣਾ ਚਾਹੀਦਾ ਜੇ ਬੇਬੀ ਨੂੰ, ਬੱਚੇ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ, HB ਫਾਲ ਨਹੀਂ ਹੋਣਾ ਚਾਹੀਦਾ, ਹੋਰ ਕੋਈ ਕਾਰਨ, ਕਈ ਕਾਰਨ ਵੀ ਹੁੰਦੇ ਹੈ, ਯੂਟਰਸ 'ਚ ਕੋਈ ਪ੍ਰੋਬਲਮ ਹੋਏ ਜਾਂ ਬਲੱਡ ਟੈਸਟ 'ਚ ਕੋਈ ਪ੍ਰੋਬਲਮ ਹੋਏ ਜਿਹਦੇ ਕਰਕੇ ਬਹੁਤ ਬਲੀਡਿੰਗ ਹੋ ਸਕਦੀ ਹੈ। ਇੱਕ ਵਾਰ ਦਿਖਾ ਦਿਓ, ਪਰ ਇੰਨੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈ। ਸ਼ੁਰੂ ਦੇ ਸਾਈਕਲਸ ਨੋਰਮਲੀ ਅਬਨੋਰਮਲ ਹੁੰਦੇ ਹੈ, ਸੋ ਜਲਦੀ ਆ ਸਕਦੇ हैं, ਥੋੜ੍ਹਾ ਡਿਲੇ ਹੋ ਕੇ ਆ ਸਕਦੇ हैं, ਥੋੜ੍ਹੀ ਬਲੀਡਿੰਗ ਜ਼ਿਆਦਾ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ। ਸੋ ਇੱਕਦਮ ਸਾਈਕਲ ਸੈੱਟ ਨਹੀਂ ਹੁੰਦੇ ਲਾਈਫ ਦੇ ਵਿੱਚ, ਮਤਲਬ 1 ਸਾਲ ਲੱਗ ਜਾਂਦਾ ਹੈ ਬੱਚੇ ਦੇ ਜਦ ਪੀਰੀਅਡ ਸਟਾਰਟ ਹੁੰਦੇ ਆ, ਤਾਂ ਸਾਈਕਲ ਨੂੰ ਸੈੱਟ ਹੁੰਦੇ ਇੰਨਾ ਟਾਈਮ ਲੱਗ ਜਾਂਦਾ ਹੈ। ਅਤੇ ਮੈਮ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲਿਆ
ਆਪਰੇਸ਼ਨ ਜ਼ਿਆਦਾ ਹੁੰਦੇ ਆ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਹੜੇ ਹੁਣ ਵੀ ਰੂਰਲ ਏਰੀਆ 'ਚ ਰਹਿੰਦੇ ਉਹ ਕਹਿੰਦੇ ਨਹੀਂ ਅਸੀਂ ਸ਼ਹਿਰੀ ਹਸਪੀਟਲ ਦੇ ਵਿੱਚ ਨਹੀਂ ਜਾਣਾ, ਉੱਥੇ ਆਪਰੇਸ਼ਨ ਹੀ ਹੋਏਗਾ। ਇਹ ਫੋਬੀਆ ਜਿਹੜਾ ਸੈੱਟ ਹੋਇਆ ਇਹਦੇ ਬਾਰੇ ਕੀ ਕਹੋਗੇ? ਦੇਖੋ ਮੈਂ ਇਹ ਕਹੂੰਗੀ ਕਿ ਪਹਿਲਾਂ ਸਾਡੇ ਕੋਲ ਇੰਨੀ ਇਕੁਇਪਮੈਂਟ ਨਹੀਂ ਸੀਗੀ ਕਿ ਅਸੀਂ ਇਨ ਲੇਬਰ ਪੇਸ਼ੈਂਟ ਨੂੰ ਮੋਨੀਟਰ ਕਰਦੇ ਹੈ ਨਾ। ਹੁਣ ਸਾਡੇ ਕੋਲ ਇਕੁਇਪਮੈਂਟ ਹੈ, ਅਸੀਂ ਬੱਚੇ ਦੀ ਧੜਕਣ ਲਗਾਤਾਰ ਸੁਣਦੇ ਰਹਿੰਦੇ ਹਾਂ, ਠੀਕ ਹੈ। ਉਸ ਵੇਲੇ ਕੀ ਹੁੰਦਾ ਸੀ, ਕੰਪਲਿਕੇਸ਼ਨਸ ਵੀ ਬਹੁਤ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਬੇਬੀ ਦੀ ਡੈਥ ਹੋ ਗਈ ਡਿਲੀਵਰੀ ਦੇ ਟਾਈਮ, ਜਾਂ ਮਦਰ ਨੂੰ ਪ੍ਰੋਬਲਮ ਹੋ ਗਈ, ਮਦਰਸ ਦੀ ਡੈਥਸ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ, ਠੀਕ ਹੈ। ਸੋ ਮੇਬੀ ਉਸ ਟਾਈਮ 'ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਸਿਜ਼ੇਰੀਅਨ ਦਾ ਲੋੜ ਸੀਗੀ, ਠੀਕ ਹੈ ਨਾ, ਅਤੇ ਨਹੀਂ ਹੁੰਦੇ ਸੀਗੇ ਕਿਉਂਕਿ ਫੈਸਿਲਿਟੀ ਅਵੇਲੇਬਲ ਨਹੀਂ ਸੀਗੀ। ਹੁਣ ਅਸੀਂ ਇਸ ਸੋਚ ਨਾਲ ਚੱਲਦੇ ਹਾਂ ਕਿ ਬੇਬੀ ਅਤੇ ਮਦਰ ਦੋਨੋਂ ਹੀ ਠੀਕ ਹੋਣੇ ਚਾਹੀਦੇ ਹੈ। ਸੋ ਜਦ ਤੁਸੀਂ ਕੌਨਸਟੈਂਟਲੀ ਫੀਟਲ ਹਾਰਟ ਮੋਨੀਟਰ ਕਰ ਰਹੇ ਹੋ ਜਾਂ ਰੈਗੂਲਰ ਅਲਟਰਾਸਾਊਂਡਸ ਕਰਾ ਰਹੇ ਹੋ, ਉਸ 'ਚ ਪਤਾ ਲੱਗ ਜਾਂਦਾ ਹੈ ਬੇਬੀ ਪੁੱਠਾ ਹੈ ਜਾਂ ਬੇਬੀ ਦੀ ਗਰੋਥ ਨਹੀਂ ਠੀਕ ਹੈ ਜਾਂ ਬੇਬੀ ਡਿਊਰਿੰਗ ਲੇਬਰ ਬੱਚੇ ਦੀ ਧੜਕਣ ਘੱਟ ਰਹੀ ਹੈ, ਜਾਂ ਅਸੀਂ ਜਲਦੀ ਦੇਖ ਲੈਂਦੇ ਹਾਂ ਬੱਚੇ ਨੇ ਅੰਦਰ ਲੈਟਰਿਨ ਤੋਂ ਨਹੀਂ ਕਰੀ ਹੋਈ, ਪੋਟੀ ਨਹੀਂ ਕਰੀ ਹੋਈ। ਸੋ ਮਤਲਬ ਉਹ ਸਾਰੀ ਚੀਜ਼ਾਂ ਨਾਲ ਅਸੀਂ ਬੱਚੇ ਨੂੰ ਬਚਾਉਣਾ ਹੈ ਅਤੇ ਨਾਲੇ ਮਾਂ ਨੂੰ ਵੀ ਸੁਰੱਖਿਅਤ ਰੱਖਣਾ ਹੈ। ਇਸ ਕਰਕੇ ਮੇਬੀ ਥੋੜ੍ਹਾ ਜਿਹਾ ਸ਼ਿਫਟ ਟੂਵਰਡਸ ਸਿਜ਼ੇਰੀਅਨ ਸੈਕਸ਼ਨ ਵੱਧ ਗਿਆ ਹੈ। ਅਦਰਵਾਈਜ਼ ਦੇਖਿਆ ਜਾਏ ਤਾਂ ਮਦਰ ਦੀ ਮੋਰਟੈਲਿਟੀ, ਮਦਰਸ ਦੀ ਡੈਥ ਹੈ ਨਾ, ਐਂਡ ਬੇਬੀਜ਼ ਦੀ ਡੈਥ ਬਹੁਤ ਘੱਟ ਗਈ ਹੈ ਪਹਿਲਾਂ ਨਾਲੋਂ। ਇਸੇ ਕਰਕੇ ਘੱਟ ਗਈ ਹੈ ਕਿਉਂਕਿ ਨਾ ਅਸੀਂ ਜ਼ਿਆਦਾ ਸਿਜ਼ੇਰੀਅਨ ਕਰ ਦਿੰਦੇ ਹਾਂ ਤਾਂ ਕਿ ਮਦਰ ਅਤੇ ਬੱਚਾ ਦੋਨੋਂ ਠੀਕ ਰਹਿਣ। ਤੁਸੀਂ ਕਿਹਾ ਕਿ ਸਿਜ਼ੇਰੀਅਨ ਕਰ ਦਿੰਦੇ ਆ, ਫੈਸਿਲਿਟੀਆਂ ਆ ਗਈਆਂ, ਪਹਿਲਾਂ ਫੈਸਿਲਿਟੀਆਂ ਹੈ ਨਹੀਂ ਸੀ। ਹੁਣ ਜਿੰਨੀਆਂ ਫੈਸਿਲਿਟੀਆਂ ਹੈਗੀਆਂ ਨੇ ਉਸ ਦੇ ਉਲਟ ਜਾ ਰਿਹਾ ਕੰਮ, ਸਿਜ਼ੇਰੀਅਨ ਜ਼ਿਆਦਾ ਹੋ ਰਹੇ ਨੇ, ਨਾਰਮਲ ਨਹੀਂ ਹੋ ਰਹੇ। ਮੇਬੀ ਕਿਉਂਕਿ ਅਸੀਂ ਬਹੁਤ ਹੁਣ ਦੇਖਦੇ ਹਾਂ ਨਾ, ਰੈਗੂਲਰਲੀ ਫੀਟਲ ਹਾਰਟ ਮੋਨੀਟਰ ਕਰਦੇ ਹਾਂ। ਕਈ ਇੱਦਾਂ ਦੇ ਕੇਸ ਆਉਂਦੇ ਤੁਹਾਡੇ ਕੋਲ ਕਿ ਕੋਈ ਲੜਕੀ ਕਹਿ ਦੇਵੇ ਕਿ ਨਹੀਂ ਮੈਂ ਸਿਜ਼ੇਰੀਅਨ ਹੀ ਕਰਵਾਉਣਾ? ਜੀ ਇੱਦਾਂ ਦੇ ਵੀ ਆਉਂਦੇ ਆ। ਅੱਜ ਕੱਲ੍ਹ ਯੰਗ ਏਜ ਦੀ ਬਹੁਤ ਥੋਟ ਪ੍ਰੋਸੈਸਿਸ ਚੇਂਜ ਹੋ ਗਈਆਂ, ਉਹ ਲੇਬਰ ਪੇਨਸ ਨਹੀਂ ਲੈਣਾ ਚਾਹੁੰਦੀਆਂ, ਠੀਕ ਹੈ। ਐਂਡ ਇਹ ਵੀ ਗੱਲ ਹੈਗੀ ਹੈ ਕਿ ਪੁਰਾਣੇ ਜ਼ਮਾਨੇ 'ਚ ਥੋੜ੍ਹੀ ਟੋਲਰੈਂਸ ਜ਼ਿਆਦਾ ਸੀਗੀ ਮਦਰਸ ਦੀ ਟੂ ਟੋਲਰੇਟ ਦ ਲੇਬਰ ਪੇਨਸ, ਲੇਕਿਨ ਹੁਣ ਥੋੜ੍ਹੀ ਜਿਹੀ ਟੋਲਰੈਂਸ ਘੱਟ ਹੋ ਗਈ ਹੈ। ਬਹੁਤ ਸਟਰੋਂਗ ਪੇਨਸ ਹੁੰਦੀਆਂ ਤਾਂ ਉਹ ਨਹੀਂ ਲੈ ਪਾਉਂਦੀਆਂ। ਈਵਨ ਜੇ ਅਸੀਂ ਕਨਵਿੰਸ ਕਰਦੇ ਹਾਂ ਕਿ ਨਹੀਂ ਯੂ ਹੈਵ ਟੂ ਮਤਲਬ ਡਿਲੀਵਰੀ ਹੋ ਜਾਏਗੀ ਤੁਹਾਡੀ ਨੋਰਮਲ, ਤਾਂ ਉਹ ਥੋੜ੍ਹਾ ਜਿਹਾ ਸਿਜ਼ੇਰੀਅਨ ਲਈ ਟਿਲਟ ਹੋ ਜਾਂਦੇ ਆ। ਅਤੇ ਮੈਮ ਜਿਵੇਂ ਹੁਣ ਜਿਹੜਾ ਗੈਪ ਪੈ ਜਾਂਦਾ ਹੈ ਆਫਟਰ ਦਾ ਮੈਰਿਜ 3-4 ਸਾਲ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਵ ਕਰਨਾ ਔਖਾ ਹੁੰਦਾ ਹੈ, ਇਹਦੇ ਕੀ ਕਾਰਨ ਹੁੰਦੇ ਨੇ? ਦੇਖੋ ਜਿਸ ਤਰ੍ਹਾਂ ਆਪਣੀ ਗਰਲਸ ਹੁਣ ਵਰਕਿੰਗ ਹੋ ਗਈਆਂ, ਐਜੂਕੇਟਡ ਹੋ ਗਈਆਂ, ਬਹੁਤ ਅੱਛੀ ਗੱਲ ਹੈ ਸੋਸਾਇਟੀ ਲਈ, ਲੇਕਿਨ ਕੀ ਹੈ ਕਿ ਉਹ ਸੋਚਦੀਆਂ ਕਿ ਅਸੀਂ ਥੋੜ੍ਹਾ ਜਿਹਾ ਮੈਰਿਜ ਡਿਲੇ ਕਰਾਂਗੇ ਜਾਂ ਡਿਲੇਡ ਪ੍ਰੈਗਨੈਂਸੀਜ਼ ਕਰਾਂਗੇ। ਮੇਰੇ ਹਜੇ ਵੀ ਮਤਲਬ ਪੁਰਾਣੇ ਜ਼ਮਾਨੇ ਦੀ ਲੇਡੀਜ਼ ਦੀ ਤਰ੍ਹਾਂ ਥੋਟਸ ਨੇ ਕਿ ਯੂ ਸ਼ੁਡ ਜਲਦੀ ਹੋ ਜਾਣੀ ਚਾਹੀਦੀ ਹੈ ਮੈਰਿਜ, ਅਤੇ ਟਰਾਈ ਟੂ ਕਨਸੀਵ, ਜਲਦੀ ਪ੍ਰੈਗਨੈਂਸੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਦਾ ਕਾਰਨ ਇਹ ਹੈ ਕਿ ਜੋ ਸਾਡੀ ਓਵਰੀਜ਼ ਹੈ, ਓਵਰੀਜ਼ ਦੇ ਵਿੱਚ ਫਿਕਸ ਨੰਬਰ ਆਫ ਐਗਸ ਹੁੰਦੇ ਆ ਸ਼ੁਰੂ ਤੋਂ ਹੀ। ਸੋ ਜਿੱਦਾਂ ਸਾਡਾ ਏਜ ਵੱਧਦੀ ਜਾਂਦੀ ਹੈ, ਉਹ ਐਗਸ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਅਰਾਊਂਡ 30 ਈਅਰਸ ਤੋਂ ਬਿਯੋਂਡ ਪ੍ਰੈਗਨੈਂਸੀ ਦੇ ਚਾਂਸਿਸ ਵੈਸੇ ਹੀ ਘਟਣੇ ਸ਼ੁਰੂ ਹੋ ਜਾਂਦੇ ਕਿਉਂਕਿ ਸਾਡੇ ਆਲਰੇਡੀ ਜਿਹੜੇ ਐਗ ਸੀਗੇ ਉਹ ਨੰਬਰ ਕਾਊਂਟ ਕਾਫੀ ਘੱਟ ਜਾਂਦਾ ਹੈ। ਸੋ ਇਸ ਕਰਕੇ ਤੁਹਾਨੂੰ ਫਿਰ ਇਨਫਰਟੀਲਿਟੀ ਦੀ ਟਰੀਟਮੈਂਟ ਲੈਣੀ ਪੈਂਦੀ ਹੈ। ਅਤੇ ਮੈਮ ਜਿੱਦਾਂ ਤੁਸੀਂ ਹੁਣ ਕਿਹਾ ਕਿ ਉਹ ਓਵਰੀਜ਼ ਜਾਂ ਐਗਸ ਦੀ ਪ੍ਰੋਬਲਮਸ ਆ ਜਾਂਦੀਆਂ ਨੇ, ਅਤੇ ਉਸ ਦੇ ਉਲਟ ਇੱਕ ਸਵਾਲ ਹੈ ਕਿ ਜਿਵੇਂ ਕਦੇ ਇੱਦਾਂ ਹੋਇਆ ਤੁਹਾਡੇ ਨਾਲ ਫਨੀ ਮੂਮੈਂਟ ਕਿ ਕਿਸੇ ਨੇ ਐਕਸੈਪਟ ਕੀਤਾ ਹੋਵੇ ਕਿ ਮੈਂ ਐਕਸਪੈਕਟ ਕਰਦਾ ਕਿ ਮੈਨੂੰ ਮੁੰਡਾ ਚਾਹੀਦਾ ਸੀ, ਕੁੜੀ ਹੋ ਗਈ, ਉਹਨਾਂ ਨੇ ਕਿਹਾ ਕਿ ਨਹੀਂ ਮੈਂ ਹੁਣ ਕੁੜੀ ਨਹੀਂ ਰੱਖਣੀ, ਇੱਦਾਂ ਕੁਝ ਕੇਸ ਆਉਂਦਾ ਤੁਹਾਡੇ ਕੋਲੇ? ਫੋਬੀਆ ਹੈਗਾ ਲੋਕਾਂ 'ਚ ਕਿ ਨਹੀਂ ਮੈਨੂੰ ਮੁੰਡਾ ਹੀ ਚਾਹੀਦਾ। ਆਪਣੇ ਮੇਰੇ ਖਿਆਲ ਤੋਂ ਮੈਂ ਮਨੀਪਾਲ ਤੋਂ ਆਪਣੀ MD ਕਰੀ ਹੈ, ਉੱਥੇ ਵੀ 2 ਬੱਚਿਆਂ ਤੋਂ ਬਾਅਦ ਉਹ ਬੱਚੇ ਬੰਦ ਆਪਰੇਸ਼ਨ ਕਰਵਾ ਦਿੰਦੇ ਆ। ਆਈ ਥਿੰਕ ਆਪਣੇ ਨਾਰਥ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਇਹ ਟਰੈਂਡ ਹੈਗਾ ਹਜੇ ਵੀ ਕਿ ਸਾਨੂੰ ਬੇਟਾ ਚਾਹੀਦਾ ਹੈ, ਅਤੇ ਆਲਦੋ ਇਹ ਚੇਂਜ ਹੋ ਰਿਹਾ ਹੈ। ਆਈ ਥਿੰਕ ਸਟਿਲ ਹੁਣ ਟਿਲਟ ਹੋ ਰਿਹਾ ਹੈ ਥੋਟ ਪ੍ਰੋਸੈਸ ਕਿ ਸਾਨੂੰ ਹੈਲਦੀ ਬੇਬੀ ਚਾਹੀਦਾ ਜੋ ਵੀ ਹੋਏ, ਅਤੇ ਅੱਜ ਕੱਲ੍ਹ ਤਾਂ ਪ੍ਰੋਸੈਸ ਇੰਨਾ ਚੇਂਜ ਹੋ ਗਿਆ ਕਿ ਲੋਕ ਰੱਖਦੇ ਇੱਕ ਬੇਬੀ ਹੈ, ਚਾਹੇ ਇੱਕ ਗਰਲ ਹੋਏ ਚਾਹੇ ਬॉय ਹੋਏ। ਸੋ ਠੀਕ ਹੈ, ਜਦ ਗਰਲਸ ਹੁੰਦੀ ਹੈ ਡਾਟਰਸ ਪੈਦਾ, ਹਜੇ ਵੀ ਡੈਫੀਨੇਟਲੀ ਕੁਝ ਪੇਸ਼ੈਂਟਸ ਥੋੜ੍ਹਾ ਦੁਖੀ ਤਾਂ ਹੁੰਦੇ ਹੈ ਡੈਫੀਨੇਟਲੀ, ਬਟ ਆਫਟਰ ਦੈਟ ਦੇ ਐਕਸੈਪਟ ਕਿ ਓਬਵੀਅਸਲੀ ਉਹਨਾਂ ਦਾ ਬੇਬੀ ਹੈ। ਤੁਹਾਨੂੰ ਇੱਦਾਂ ਕਿਸੇ ਨੇ ਕਿਹਾ ਤਾਂ ਨਹੀਂ ਡਾਕਟਰ ਤੁਸੀਂ ਰੱਖ ਲਓ? ਨਹੀਂ ਇੱਦਾਂ ਦਾ ਕਦੇ ਨਹੀਂ ਹੋਇਆ। ਜੇ ਇੱਦਾਂ ਦਾ ਕੇਸ ਆਵੇ ਕਦੇ ਫਿਰ? ਪਹਿਲਾਂ ਤਾਂ ਲੀਗਲੀ ਅਲਾਊਡ ਨਹੀਂ ਹੈ ਪਰ ਫਿਰ ਡੈਫੀਨੇਟਲੀ ਉਹਨਾਂ ਨੂੰ ਸਮਝਾਵਾਂਗੇ ਕਿ ਇਹ ਤੁਹਾਡਾ ਬੇਬੀ ਹੈ, ਇਹਨੂੰ ਰੱਖੋ। ਐਂਡ ਗਰਲਸ ਦੇ ਵੀ ਮਤਲਬ ਗਰਲਸ ਇੰਨੀ ਬੁਰੀ ਨਹੀਂ ਹੁੰਦੀਆਂ ਕਦੇ ਵੀ। ਗਰਲਸ ਆਰ ਬੈਟਰ ਦੈਨ ਬॉयਜ਼, ਆਈ ਵੁੱਡ ਰਾਦਰ ਸਜੈਸਟ। ਅਸੀਂ ਵੀ ਕੁੜੀਆਂ ਹੈ, ਡਾਕਟਰਸ ਹੈ ਜੀ। ਅਤੇ ਇੱਕ ਗੱਲ ਹੋਰ ਹੈ ਕਿ ਜਿਵੇਂ ਟੈਸਟ ਟਿਊਬ ਬੇਬੀ ਦਾ ਟਰੈਂਡ ਚੱਲਿਆ ਹੋਇਆ, ਕਈ ਪੇਰੈਂਟਸ ਦੇ ਬੱਚਾ ਨਹੀਂ ਹੁੰਦਾ 13 ਸਾਲ 14 ਸਾਲ 18 ਸਾਲ, ਉਹ ਟੈਸਟ ਟਿਊਬ ਬੇਬੀ ਕਰਦੇ ਨੇ, ਉਹਦਾ ਕੀ ਮਤਲਬ ਹੁੰਦਾ ਹੈ? ਦੇਖੋ ਉਹਦੇ 'ਚ ਇਹ ਹੁੰਦਾ ਹੈ ਕਿ ਫੀਮੇਲਸ ਦੇ ਵਿੱਚ 2 ਫੈਕਟਰਸ ਹੁੰਦੇ ਆ, ਜਾਂ ਤਾਂ ਐਗ ਨਹੀਂ ਬਣ ਰਿਹਾ ਜਾਂ ਟਿਊਬਸ ਬਲੌਕਡ ਹੈ, ਅਤੇ ਹਸਬੈਂਡ ਦੇ ਵਿੱਚ ਫੈਕਟਰ ਹੁੰਦਾ ਹੈ ਕਿ ਜਾਂ ਤਾਂ ਜੈਕੂਲੇਸ਼ਨ ਨਹੀਂ ਹੁੰਦੀ ਜਾਂ ਸਪਰਮ ਕਾਊਂਟ ਬਿਲਕੁਲ ਖਤਮ ਹੋ ਜਾਂਦਾ ਹੈ ਜਾਂ ਘੱਟ ਹੁੰਦਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੋਈ ਮੈਡੀਸਨ ਨਹੀਂ ਦੇ ਸਕਦੇ, ਕਿਸੇ ਚੀਜ਼ ਨਾਲ
ਉਹਨਾਂ ਨੂੰ ਕਨਸੀਵ ਕਰਨ ਦੀ ਨਹੀਂ ਕਰਾ ਸਕਦੇ, ਮਤਲਬ ਉਹ ਪ੍ਰੈਗਨੈਂਸੀ ਹੋ ਹੀ ਨਹੀਂ ਸਕਦੀ ਜਦ ਤੱਕ ਅਸੀਂ IVF ਨਾ ਕਰੀਏ। ਉਹਦੇ ਵਿੱਚ ਐਗਸ ਬਣਾ ਕੇ ਮਦਰ ਦੇ ਲਏ ਜਾਂਦੇ ਆ, ਰਿਟਰੀਵ ਕਰੀ ਜਾਂਦੇ ਆ ਅਲਟਰਾਸਾਊਂਡ 'ਚ ਦੇਖ ਕੇ, ਐਂਡ ਹਸਬੈਂਡ ਦਾ ਸੀਮਨ ਲਿਆ ਜਾਂਦਾ, ਉਹਨੂੰ ਪਿਊਰੀਫਾਈ ਕਰਿਆ ਜਾਂਦਾ, ਅੱਛੇ ਸਪਰਮਸ ਲਏ ਜਾਂਦੇ ਆ, ਐਂਡ ਦੋਨਾਂ ਨੂੰ ਮਿਲਾ ਕੇ ਟੈਸਟ ਟਿਊਬ ਬੇਬੀ ਬਣਦਾ ਹੈ, ਐਂਡ ਦੈਨ ਉਹਨੂੰ ਮਦਰ ਦੀ ਯੂਟਰਸ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਸੋ ਜਦ ਇੱਦਾਂ ਦੀ ਹਾਲਾਤ ਆ ਜਾਂਦੀ ਹੈ ਜਿਸ ਤਰ੍ਹਾਂ ਟਿਊਬਸ ਦੋਨੋਂ ਬੰਦ ਨੇ ਅਤੇ ਉਹਨਾਂ ਨੂੰ ਖੋਲ੍ਹਣ ਦਾ ਕੋਈ ਜ਼ਰੀਆ ਨਹੀਂ ਹੈ, ਤਾਂ ਫਿਰ ਸਾਡੇ ਕੋਲ ਕੋਈ ਵੀ ਤਰੀਕਾ ਨਹੀਂ ਰਹਿ ਜਾਂਦਾ ਪ੍ਰੈਗਨੈਂਸੀ ਦਾ ਅਦਰ ਦੈਨ ਟੈਸਟ ਟਿਊਬ ਬੇਬੀ। ਡਾਕਟਰ ਸ਼੍ਰੀਨ, ਹੁਣ ਅੱਜ ਕੱਲ੍ਹ ਜਿਹੜਾ ਟਰੈਂਡ ਚੱਲਿਆ ਕਿ ਉਹ ਕਨਸੀਵ ਨਹੀਂ ਕਰਦੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਟੈਸਟ ਟਿਊਬ ਬੇਬੀ ਦਾ ਸਹਾਰਾ ਲੈਣਾ ਪੈਂਦਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਕੀ ਨੁਕਸਾਨ ਹੁੰਦੇ ਨੇ? ਕਿਉਂਕਿ ਇੱਕ ਕੁਦਰਤੀ ਚੀਜ਼ ਪਰਮਾਤਮਾ ਦੇ ਵੱਲੋਂ ਸਾਨੂੰ ਮਿਲਣੀ ਹੈ, ਅਤੇ ਇੱਕ ਟੈਕਨੀਕਲੀ ਇੱਕ ਚੀਜ਼ ਅਪਣਾ ਕੇ ਆਰਟੀਫਿਸ਼ਲੀ ਸਾਇੰਸ ਦਾ ਸਹਾਰਾ ਲੈ ਕੇ, ਅਤੇ ਉਹਦੇ ਕੀ ਨੁਕਸਾਨ ਹੋਣਗੇ ਇਨ ਫਿਊਚਰ ਪੇਰੈਂਟਸ ਨੂੰ? ਦੇਖੋ, ਟੈਸਟ ਟਿਊਬ ਬੇਬੀ ਇੱਕ ਬਹੁਤ ਮੈਡੀਕਲੀ ਐਡਵਾਂਸਡ ਰਿਸਰਚਡ ਬ੍ਰਾਂਚ ਹੋ ਗਈ ਹੈ ਹੁਣ, ਅਤੇ ਇਹ ਮੇ ਬੀ ਥੋੜ੍ਹਾ ਜਿਹਾ ਆਪਣਾ ਵਹਿਮ ਵੀ ਹੈ ਕਿ ਜੋ ਟੈਸਟ ਟਿਊਬ ਬੇਬੀ ਨਾਲ ਪ੍ਰੈਗਨੈਂਸੀਜ਼ ਹੋਣਗੀਆਂ ਉਹ ਠੀਕ ਨਹੀਂ ਹੋਣਗੀਆਂ। ਪ੍ਰੋਬਲਮਸ ਹੁੰਦੀ ਹੈ, ਜਿਸ ਤਰ੍ਹਾਂ ਕਿ ਟਵਿਨਸ ਹੋ ਸਕਦੇ ਹੈ, ਤਿੰਨ ਬੇਬੀਜ਼ ਹੋ ਸਕਦੇ ਹੈ, ਜਾਂ ਕਿਸੇ ਬੇਬੀ ਦੇ ਵਿੱਚ ਕੁਝ ਡਿਫੈਕਟਸ ਹੋ ਸਕਦੇ ਹੈ ਜਦ ਅਸੀਂ ਟੈਸਟ ਟਿਊਬ ਬੇਬੀ ਕਰਦੇ ਹੈ। ਲੇਕਿਨ ਮੋਸਟਲੀ ਜਿੱਥੇ ਸਕਸੈਸਫੁਲ ਹੋ ਜਾਂਦਾ ਹੈ ਉੱਥੇ ਬਹੁਤ ਸਾਰੇ ਲੋਕ ਹੈ ਜੋ ਬੇਬੀਜ਼ ਜਿਨ੍ਹਾਂ ਨੂੰ ਹੋਏ ਆ, ਸਾਡੇ ਹਸਪੀਟਲ ਦੇ ਵਿੱਚ ਹੀ ਬਹੁਤ ਸਾਰੇ IVF ਕਨਸੀਵ ਬੱਚੇ ਹੈਗੇ ਆ ਕਪਲਸ, ਐਂਡ ਦੇ ਆਰ ਵੈਰੀ ਹੈਪੀ। ਸੋ ਆਪਾਂ ਨੂੰ ਇਹ ਥਾਟ ਪ੍ਰੋਸੈਸ ਥੋੜ੍ਹਾ ਚੇਂਜ ਕਰਨਾ ਪਏਗਾ। ਜਿੱਥੇ ਨਹੀਂ ਪ੍ਰੈਗਨੈਂਸੀ ਹੋ ਰਹੀ ਅਤੇ ਕਈ ਸਾਲ ਨਿਕਲ ਰਹੇ ਹੈ, ਤਾਂ ਫਿਰ ਅਸੀਂ ਉਹਨਾਂ ਨੂੰ ਡੈਫੀਨੇਟਲੀ ਟੈਸਟ ਟਿਊਬ ਬੇਬੀ ਲਈ ਅਸੀਂ ਭੇਜਦੇ ਹਾਂ, ਐਂਡ ਉਹਨਾਂ ਦੇ ਕੰਸੈਪਸ਼ਨ ਰੇਟਸ ਵੀ ਅੱਛੇ ਹੈ, ਐਂਡ ਦੇ ਗੋ ਵਿਦ ਗੁੱਡ ਬੇਬੀਜ਼, ਅੱਛੇ ਠੀਕ ਹੁੰਦਾ ਸਭ ਕੁਝ। ਅਤੇ ਮੈਮ ਤੁਸੀਂ ਕਿਹਾ ਕਿ ਕਿੰਨੇ ਕੁ ਟੈਸਟ ਟਿਊਬ ਬੇਬੀ 'ਚ ਇੱਦਾਂ ਹੁੰਦਾ ਕਿ ਕਿੰਨੇ ਕੁ % ਤੱਕ ਪੋਜ਼ੀਟਿਵ ਨਿਕਲਦੇ ਆ ਰਿਜ਼ਲਟ ਤੁਹਾਡੇ? ਹਾਂ ਦੇਖੋ, ਟੈਸਟ ਟਿਊਬ ਬੇਬੀਜ਼ ਦੀ ਜਿਹੜੀ ਪੋਜ਼ੀਟਿਵਿਟੀ ਰੇਟ ਹੈ ਉਹ ਘੱਟ ਹੈ, ਅਰਾਊਂਡ 30 ਆਊਟ ਆਫ 100 ਪ੍ਰੈਗਨੈਂਸੀਜ਼ ਹੀ ਕਨਸੀਵ ਕਰ ਪਾਉਂਦੀਆਂ। ਖਰਚਾ ਵੀ ਜ਼ਿਆਦਾ ਹੈ, ਲੇਕਿਨ ਬਟ ਇੱਕ ਇਹ ਤਰੀਕਾ, ਇੱਕ ਹੋਪ ਜ਼ਰੂਰ ਹੁੰਦੀ ਹੈ ਕਿ ਇਹ ਟਰਾਈ ਜ਼ਰੂਰ ਕਰ ਲੈਣਾ ਚਾਹੀਦਾ ਹੈ, ਸੋ ਦੈਟ ਜੋ ਲੋਕ ਪ੍ਰੈਗਨੈਂਟ ਹੋ ਜਾਂਦੇ ਆ ਦੇ ਆਰ ਵੈਰੀ ਹੈਪੀ। ਅਤੇ ਉਹਨਾਂ ਨੂੰ ਕਾਫੀ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਪੂਰਾ ਓਵਰਆਲ ਮੰਥ 9 ਹਾਂ ਬਿਲਕੁਲ, ਨਹੀਂ ਉਹਨਾਂ ਦੇ ਰੂਟੀਨ ਟੈਸਟ ਹੀ ਹੁੰਦੇ ਆ, ਥੋੜ੍ਹੇ ਜਿਹੇ ਕੁਛ ਇੰਜੈਕਸ਼ਨਸ ਫਸਟ 3 ਮੰਥਸ ਦੇ ਵਿੱਚ ਜ਼ਿਆਦਾ ਲੱਗਦੇ ਆ, ਜਾਂ ਇੱਕ ਅੱਧਾ ਸਕੈਨ ਜ਼ਿਆਦਾ ਹੁੰਦਾ ਹੈ, ਲੇਕਿਨ ਅਦਰਵਾਈਜ਼ ਇੱਕ ਵਾਰ ਕਨਸੀਵ ਕਰ ਜਾਂਦੇ ਆ ਅਤੇ ਪ੍ਰੈਗਨੈਂਸੀ 3 ਮੰਥਸ ਆਰਾਮ ਨਾਲ ਕੱਢ ਜਾਂਦੀ ਹੈ, ਤਾਂ ਉਸ ਤੋਂ ਬਾਅਦ ਤਾਂ ਰੂਟੀਨ ਜਿਸ ਤਰ੍ਹਾਂ ਨੋਰਮਲ ਪ੍ਰੈਗਨੈਂਸੀਜ਼ ਦੇ ਵਿੱਚ ਹੁੰਦਾ ਸਾਰਾ ਉਹੀ ਟਰੀਟਮੈਂਟ ਚੱਲਦਾ ਹੈ। ਇੱਕ ਦਰਸ਼ਕ ਦਾ ਕਮੈਂਟ ਆਇਆ ਸੀਗਾ ਕਿ ਉਹਨਾਂ ਦੀ ਏਜ ਜਿਹੜੀ ਅਰਾਊਂਡ 20 ਤੋਂ ਪਲੱਸ ਹੈ, ਯਾਨੀ ਕਿ 25-26 ਸਾਲ ਦੀ ਹੋਣੀ ਹੈ, ਅਤੇ ਉਹਨਾਂ ਨੇ ਕਿਹਾ ਸੀਗਾ ਕਿ 2 ਦਿਨ ਉਹਨਾਂ ਨੂੰ ਅੱਛੀ ਮੰਥਲੀ ਪੀਰੀਅਡ ਬਲੀਡਿੰਗ ਆਉਂਦੀ, ਅਨਮੈਰਿਡ ਨੇ ਉਹ, ਅਤੇ ਉਸ ਤੋਂ ਬਾਅਦ ਉਹਨਾਂ ਨੂੰ 3rd ਡੇ ਆ ਜਿਹੜਾ ਥੋੜ੍ਹਾ ਘੱਟ ਆਉਂਦਾ ਹੈ, ਅਤੇ ਉਹ ਕਹਿੰਦੇ ਮੈਂ ਬਹੁਤ ਡਰਦੀ ਹਾਂ ਕਿ ਮੇਰੀ ਅਜੇ ਮੈਰਿਜ ਨਹੀਂ ਹੋਈ ਅਤੇ ਮੈਨੂੰ ਕੋਈ ਇਹਦਾ ਡਰ ਨਾ ਹੋਵੇ ਕੁਛ। ਨਹੀਂ ਇਹਦੇ ਦੇਖੋ, ਹਰ ਫੀਮੇਲ ਦੇ ਨੰਬਰ ਆਫ ਡੇਜ਼ ਆਫ ਪੀਰੀਅਡਸ ਆਲਮੋਸਟ ਸੇਮ ਹੀ ਹੁੰਦੇ ਆ, ਠੀਕ ਹੈ। ਹਾਂ 20 ਈਅਰਸ ਦੀ ਏਜ ਤਾਂ ਬਹੁਤ ਘੱਟ ਹੈ, ਹਜੇ ਸਾਡੀ ਓਵਰੀਜ਼ ਯੰਗ ਹੈ, ਐਂਡ ਐਗ ਪ੍ਰੋਡਿਊਸ ਹੋ ਰਹੇ ਹੈ। 2 ਜਾਂ 3 ਦਿਨ ਬਲੀਡਿੰਗ ਹੋਣ ਨਾਲ ਰੈਗੂਲਰ ਹੋਣੇ ਚਾਹੀਦੇ ਹੈ, ਐਵਰੀ 28 ਡੇਜ਼ ਪੀਰੀਅਡਸ ਆਉਣੇ ਚਾਹੀਦੇ ਹੈ, 3 to 5 ਡੇਜ਼ ਆਉਣੇ ਚਾਹੀਦੇ ਹੈ, ਅਤੇ 7 ਡੇਜ਼ ਤੋਂ ਉੱਪਰ ਬਲੀਡਿੰਗ ਨਹੀਂ ਹੋਣੀ ਚਾਹੀਦੀ, ਜਾਂ 2 ਦਿਨ ਤੋਂ ਘੱਟ ਬਲੀਡਿੰਗ ਨਹੀਂ ਹੋਣੀ ਚਾਹੀਦੀ, ਫਿਰ ਐਬਨੋਰਮੈਲਿਟੀ ਹੁੰਦੀ ਹੈ। ਸੋ ਅਦਰਵਾਈਜ਼ ਕੋਈ ਵੀ ਇਸ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕਿ ਅੱਗੇ ਕਨਸੀਵ ਨਹੀਂ ਹੋਏਗਾ ਜਾਂ ਕੋਈ ਪ੍ਰੋਬਲਮ ਹੋ ਸਕਦੀ ਹੈ। ਜਿੱਦਾਂ 25-26 ਸਾਲ ਦੀ ਉਮਰ ਹੋਵੇ ਅਤੇ ਉਸ ਦੇ ਵਿੱਚ ਬਲੀਡਿੰਗ 2 ਦਿਨ ਵਧੀਆ ਰਹਿੰਦੀ ਹੋਵੇ, ਤੀਜੇ ਦਿਨ ਘੱਟ ਹੋਵੇ, ਤਾਂ ਕੋਈ ਚੱਕਰ ਤਾਂ ਨਹੀਂ ਹੁੰਦਾ? ਬਿਲਕੁਲ ਵੀ ਨਹੀਂ, ਜਦ ਤੱਕ ਪੀਰੀਅਡਸ ਰੈਗੂਲਰ ਹੈ ਅਤੇ ਆ ਰਹੇ ਹੈ ਤਾਂ ਠੀਕ ਹੈ। ਉਹੀ ਮੈਂ ਦੱਸਿਆ, ਜਿਸ ਤਰ੍ਹਾਂ 2 ਦਿਨਾਂ ਤੋਂ ਘੱਟ ਜਾਂ 7 ਡੇਜ਼ ਤੋਂ ਉੱਪਰ ਬਲੀਡਿੰਗ ਹੋਏ, ਫਿਰ ਆਪਾਂ ਨੂੰ ਥੋੜ੍ਹਾ ਜਿਹਾ ਅਟੈਂਸ਼ਨ ਵਾਲੀ ਗੱਲ ਹੁੰਦੀ ਹੈ, ਆਪਾਂ ਨੂੰ ਚੈੱਕ ਕਰਾ ਲੈਣਾ ਚਾਹੀਦਾ। ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਡਾਕਟਰ ਨੇ ਤੁਹਾਡੇ ਹਰ ਸਵਾਲ ਜੋ ਸਾਡੇ ਤੱਕ ਪੁੱਜੇ ਸੀ ਉਹਨਾਂ ਦੇ ਜਵਾਬ ਦੇ ਦਿੱਤੇ, ਅਤੇ ਅਸੀਂ ਡੈਮ ਸ਼ੋਰ ਹਾਂ ਕਿ ਡਾਕਟਰ ਸ਼ਰੀਨ ਗੁਪਤਾ ਜੋ ਮੋਹਨ ਦੀ ਓਸਵਾਲ ਹਸਪੀਟਲ ਦੇ ਨੇ, ਉਹ ਵਾਕਈ ਬਹੁਤ ਅੱਛੇ ਡਾਕਟਰ ਨੇ, ਕਿਉਂਕਿ ਇਹਨਾਂ ਨੇ ਖੁਦ ਕਿਹਾ ਸੀਗਾ ਕਿ ਜੋ ਸਵਾਲ ਤੁਹਾਡੇ ਤੱਕ ਪੁੱਛੇ ਨੇ ਅਸੀਂ ਉਹਨਾਂ ਦੇ ਜਵਾਬ ਨੇ ਤੁਹਾਨੂੰ ਬਖੂਬੀ ਪੰਜਾਬੀ ਦੇ ਵਿੱਚ ਦੇਵਾਂਗੇ, ਕਿਉਂਕਿ ਕੋਈ ਵੀ ਡਾਕਟਰ ਜਿਹੜਾ ਆਪਣੀ ਲਾਈਨ ਤੋਂ ਟੈਕਨੀਕਲੀ ਆਨਸਰਸ ਦਿੰਦਾ, ਪਰ ਉਮੀਦ ਹੈ ਜਿਹੜੇ ਇਹਨਾਂ ਦੇ ਸਵਾਲਾਂ ਦੇ ਜਵਾਬ ਸੀ ਉਹਨਾਂ ਦੀ ਭਾਸ਼ਾ ਤੁਹਾਨੂੰ ਸਮਝ ਆਈ ਹੋਵੇ, ਔਰ ਤੁਸੀਂ ਇਸ ਚੀਜ਼ ਤੋਂ ਸਿੱਖੋ। ਅਤੇ ਕੋਈ ਵੀ ਟੈਨਸ਼ਨ ਲੈਣ ਵਾਲੀ ਗੱਲ ਜੇਕਰ ਤੁਹਾਨੂੰ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਕੋਸ਼ਿਸ਼ ਅਸੀਂ ਕਰਾਂਗੇ ਕਿ ਇਹਨਾਂ ਨਾਲ ਪਰਸਨਲੀ ਗੱਲ ਕਰਕੇ ਤੁਹਾਨੂੰ ਉਹਨਾਂ ਦੇ ਆਨਸਰ ਦਿੱਤੇ ਜਾਣ। ਅੱਜ ਦੇ ਲਈ ਬਸ ਇੰਨਾ ਹੀ। ਮੈਨੂੰ ਯਾਨੀ ਕਿ NV ਮਾਜਰਾ ਨੂੰ ਦਿਓ ਇਜਾਜ਼ਤ।